ਜੀ ਅਸਲਾਮ ਵਾਲੇਕੁਮ। ਮੈਂ ਨਜ਼ਰ ਅब्बास ਲੰਡਨ ਤੋਂ। ਸਰ ਪੰਜਾਬੀ 'ਚ ਕਿਹਾ ਜਾਂਦਾ ਲੋਕਾਂ ਨੂੰ ਲੋਕਾਂ ਦੀ ਗਗੜੀ ਨਹੀਂ ਜੋਕਾਂ ਦੀ। ਸਾਡੀ ਗਗੜੀ ਆਸਮ ਮਨੀਰ ਹੈ ਸਰ, ਉਹਨੂੰ ਆਪਣੀ ਪਈ ਹੈ, ਉਹਨੂੰ ਜੋਕਾਂ ਦੀ। ਉਹਦਾ ਆਪਣੇ ਰੌਲਾ ਪੂਰੇ ਪਾਕਿਸਤਾਨ 'ਚ ਭੁੱਖ ਨੰਗ ਪੈ ਗਈ ਹੈ, ਪਾਕਿਸਤਾਨ ਦੀ ਇਕੋਨਮੀ ਬਰਬਾਦ ਹੋ ਗਈ ਹੈ, ਪਾਕਿਸਤਾਨ ਦਾ ਬਚਿਆ ਕੱਖ ਨਹੀਂ। ਉਹਨੂੰ ਇੱਕ ਹੀ ਰੌਲਾ ਕਿ ਮੁਝੇ ਬੁਰਾ ਮਤ ਕਹੇ, ਮੇਰੀ ਪ੍ਰਸਤਿਸ਼ ਕਰੋ। ਆਇਤਾਂ ਸੁਣਾ ਸੁਣਾ ਸਾਨੂੰ ਦੱਸੇਗਾ ਵੀ ਉਹ ਕੋਈ ਬੜਾ ਵੱਡਾ ਮੁਸਲਮਾਨ ਦੇ, ਬਾਕੀ ਸਾਰੀ ਜਿਹੜੇ ਨੇ ਉਹ ਦੁਨੀਆ ਜਿਹੜੀ ਹੈ ਉਹ ਗੈਰ ਮੁਸਲਮ ਹੈ। ਤੇ ਆਸਮ ਸਾਹਿਬ ਨੇ ਆਪਣਾ ਜਿਹੜਾ ਕੰਮ ਹੈ ਉਹ ਪਾਇਆ, ਜਿੰਨਾ ਕੋ ਉਹਨਾਂ ਕੋਲ ਪੈਸਾ ਦਾ ਉਹ ਉਹਨਾਂ ਨੂੰ ਇਹ ਵੀ ਮਰੀਮ ਦੀ ਤਾਰੀਫਾਂ ਕਰੋ, ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਦੀ ਜੈ ਜੈਕਾਰ ਕਰੋ, ਸਾਨੂੰ ਕਰੋ। ਤੇ ਇਹ ਸਾਰਾ ਨੁਕਸ ਜਿਹੜਾ ਕਿਹਦੇ ਤੇ ਜਾ ਕੇ ਪੈਂਦਾ ਹੈ ਕਿ ਸੋਸ਼ਲ ਮੀਡੀਆ ਜਿਹੜਾ ਉਹਨੇ ਵਕਤ ਪਾਇਆ, ਆਵਾਮ ਦਾ ਜ਼ਿਕਰ ਹੀ ਕੋਈ ਨਹੀਂ। ਤੁਸੀਂ ਮੈਨੂੰ ਗੱਲ ਦੱਸੋ, ਤੁਸੀਂ ਕਦੀ ਸੁਣਿਆ ਕਿ ਟਵਿੱਟਰ ਨੂੰ ਚੁੱਕ ਕੇ ਡਾਲਾ ਆਇਆ, ਟਵਿੱਟਰ ਚੁੱਕ ਕੇ ਲੈ ਗਿਆ? ਕਦੀ ਸੁਣਿਆ ਕਿ ਤੁਸੀਂ ਇਹ ਚੁੱਕ ਕੇ ਲੈ ਜਾਂਦੇ ਹੋ ਇਹਨੂੰ, ਫੇਸਬੁੱਕ ਨੂੰ ਲੈ ਕੇ ਚੁੱਕ ਕੇ? ਕਦੀ ਤੁਸੀਂ ਸੁਣਿਆ ਇਹ ਇਹੋ ਜਿਹੀ ਸ਼ਾਵਾਂ ਕਿ ਫੇਸਬੁੱਕ ਨੂੰ ਚੁੱਕ ਕੇ ਲੈ ਗਏ, ਵਟਸਐਪ ਨੂੰ ਚੁੱਕ ਕੇ ਲੈ ਗਏ, ਟਵਿੱਟਰ ਨੂੰ ਚੁੱਕ ਕੇ ਲੈ ਗਏ, ਇੰਸਟਾਗ੍ਰਾਮ ਨੂੰ ਟਰੱਕ 'ਚ ਪਾਇਆ ਤੇ ਲੈ ਗਏ, 4 ਬੰਦੇ ਆਏ ਇੰਸਟਾਗ੍ਰਾਮ ਚੁੱਕ ਕੇ ਲੈ ਗਏ? ਨਹੀਂ ਹੁੰਦਾ ਸਰ। ਸਰ ਇਹ ਬੰਦੇ ਚੁੱਕੇ ਜਾਂਦੇ ਨੇ, ਕਿਉਂ? ਕਿਉਂਕਿ ਬੰਦੇ ਨੇ, ਸਾਰੇ ਆਵਾਮ ਹੈ ਪਾਕਿਸਤਾਨ ਦੀ। ਜਿਵੇਂ ਤੁਹਾਨੂੰ ਯਾਦ ਹੋਏਗਾ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ, ਰੁੱਕਾ ਲਿਖਦੇ ਸੀ, ਖੱਤ ਲਿਖੀਦਾ ਸੀ ਕਿ ਜੀ ਅੱਬਾ ਜੀ ਮੈਨੂੰ ਤੁਹਾਡੇ ਨਾਲ ਬੜੀ ਮੁਹੱਬਤ ਆ, ਮਿਸ ਕਰ ਰਿਹਾ ਤੁਹਾਨੂੰ। ਜਾਂ ਉਹਨੂੰ ਲਿਖਿਆ, ਅੱਬਾ ਜੀ ਮੇਰੇ ਕੋਲ ਪੈਸੇ ਮੁੱਕ ਗਏ ਤੇ ਪਲੀਜ਼ ਮੈਨੂੰ ਪੈਸੇ ਭੇਜ ਦਿਓ, ਮੈਂ ਆਪकी ਖਰੀਦ ਮਤਲੂਬ ਚਾਹਤਾ ਹੂੰ, ਮੈਂ ਹੁਣ ਵਲਾਇਤ ਪਹੁੰਚ ਗਿਆ। ਖੱਤ ਲਿਖਦੇ ਸੀ ਲੋਕੀ ਪੁਰਾਣੇ ਵਕਤਾਂ ਦੇ ਵਿੱਚ, ਇਜ਼ਹਾਰ ਕਰਦੇ ਸਨ, ਮੈਨੂੰ ਤੁਹਾਡਾ ਮੁਹੱਬਤ ਆ। ਰੁੱਕਾ ਲਿਖਿਆ, ਕੋਠੇ ਤੇ ਜਾ ਕੇ ਸਿੱਟਿਆ, ਮੈਨੂੰ ਤੇਰੇ ਨਾਲ ਬੜਾ ਪਿਆਰ ਆ, ਲੁਕ ਲੁਕਾ ਕੇ ਖੋਤਾ। ਹੁਣ ਕੀ ਹੁੰਦਾ ਸਰ? ਹੁਣ ਇਹਦੇ ਫੋਟੋ ਹੈ, ਹੁਣ ਫੋਨ ਹੈ, ਫੋਨ ਦੇ ਉੱਤੇ ਤੁਸੀਂ ਮੈਸੇਜ ਭੇਜਦੇ ਹੋ, ਜੋ ਤੁਸੀਂ ਫੀਲ ਕਰ, ਜੋ ਤੁਸੀਂ ਦੱਸਦੇ ਹੋ। ਇਹ ਸਰ ਆਵਾਮ ਹੈ, ਇਹ ਆਸਮ ਮਨੀਰ ਸਾਹਿਬ, ਇਹ ਆਵਾਮ ਹੈ, ਇਹ ਪਾਕਿਸਤਾਨ ਦੇ ਲੋਕ ਨੇ ਦੱਸਣ ਡਏ ਨੇ ਵੀ ਤੁਹਾਡੇ ਨਾਲ ਸਖਤ ਨਫ਼ਰਤ ਹੈ। ਉਹ ਦੱਸ ਰਹੇ ਨੇ ਕਿ ਤੁਸੀਂ, ਤੁਹਾਡੇ ਕਰਤੂਤ ਨਹੀਂ ਚੰਗੇ। ਤੁਸੀਂ ਜਦੋਂ ਸਵੇਰੇ ਸ਼ੇਵ ਕਰਨ ਜਾਂਦੇ ਹੋ, ਸ਼ੇਵ ਕਰਨ ਵਾਸਤੇ ਉੱਠਦੇ ਹੋ, ਤੁਹਾਨੂੰ ਕੋਈ ਬੰਦਾ ਇੱਥੇ ਕੋਈ ਕਰਕੇ ਤੁਹਾਡੇ ਕੋਲ ਟੱਕ ਲੱਗਾ ਹੋਈ ਹੈ, ਤਾਂ ਸਾਬਣ ਲੱਗਾ ਹੋਵੇ ਮੂੰਹ ਦੇ ਉੱਤੇ, ਜਾਂ ਕੋਈ ਸ਼ੈ ਲੱਗੀ, ਤੁਹਾਨੂੰ ਨਹੀਂ ਪਤਾ ਲੱਗਦਾ, ਤੁਹਾਨੂੰ ਸ਼ੀਸ਼ਾ ਦੱਸਦਾ। ਸ਼ੀਸ਼ੇ ਅੱਗੇ ਜਾ ਕੇ ਖਲੋਂਦੇ, ਸ਼ੀਸ਼ਾ ਤੁਸੀਂ ਦੇਖਦੇ ਹੋ, ਯਾਰ ਆ ਤੇ ਮੇਰੇ ਮੂੰਹ ਤੇ ਆ ਲੱਗਾ, ਸਾਫ਼ ਕਰੋ। ਲੇਕਿਨ ਤੁਸੀਂ ਐਸੇ ਸਟੂਪਿਡ ਹੋ ਕਿ ਆਵਾਮ ਇੱਕ ਸ਼ੀਸ਼ਾ ਹੈ। ਇਹ ਟਵਿੱਟਰ, ਫੇਸਬੁੱਕ ਸਾਰੇ ਸ਼ੀਸ਼ੇ ਨੇ। ਉਹ ਸ਼ੀਸ਼ੇ ਨੇ ਜਿੱਥੇ ਲੋਕਾਂ ਦੇ ਮੈਸੇਜ ਆਏ ਹੋਏ ਨੇ ਕਿ ਤੁਹਾਡੇ ਮੂੰਹ ਤੇ ਆ ਗੰਦ ਲੱਗਾ, ਤੁਹਾਡੇ ਮੂੰਹ ਤੇ ਸਿਆਹੀ ਲੱਗੀ ਹੈ, ਤੁਸੀਂ ਇਹ ਗੰਦ ਪਾਇਆ, ਤੁਸੀਂ ਕਰਤੂਤ ਕੀਤੀ ਹੈ, ਤੇ ਤੁਸੀਂ ਉੱਤੇ ਗੌਰ ਕਰਨ ਨੂੰ ਤਿਆਰ ਹੀ ਨਹੀਂ, ਤੁਸੀਂ ਸਮਝਣ ਨੂੰ ਤਿਆਰ ਹੀ ਨਹੀਂ। ਤੁਸੀਂ ਸੋਸ਼ਲ ਮੀਡੀਆ ਬੰਦੇ ਚੁੱਕ ਲਓ, ਬੰਦੇ ਚੁੱਕ ਲਓ, ਬੰਦੇ ਚੁੱਕ ਲਓ, ਸਾਰੇ ਆਵਾਮ ਹੈ। ਕਿੰਨੇ ਕੁ ਚੁੱਕ ਲੋਗੇ? ਇਹ 70 ਸਾਰੇ ਦੇ ਸਾਰੇ ਤੁਹਾਨੂੰ ਗਾਲਾਂ ਕੱਢਣ ਡਏ ਨੇ। ਕਿੰਨੇ ਕੁ ਬੰਦ ਕਰ ਲੋਗੇ? ਕਿੰਨੇ ਕੁ ਚੁੱਕ ਲੋਗੇ? ਜਿੰਨੇ ਚੁੱਕੋਗੇ ਉਹਨੇ ਹੋਰ ਨਿਕਲ ਆਉਣਗੇ। मेन तुसी ये लोगों को कहानी सुना देती हुई है कि जी आप जरा खामोश हो जाएंगे, जरा हल्का हाथ कर लेंगे तो हम हालात बेहतर कर देंगे। नहीं सर, इस तरह नहीं है सर, कहानी इस तरह नहीं, सारे इस तरह नहीं सारे होना। हालात पहले बेहतर होने ने ते फिर लोगों ने चुप करना, इस अदर वे अराउंड। ये नहीं है कि कहानी की जी हुण असीं चुप कर जाइए, लोग चुप कर जान, गल ना करन और तो आप हालात बेहतर कर देंगे, खान साहब को भी बाहर ले आएंगे, आपके लिए गुंजाइश पैदा कर, तुसीं शोहे साडे लिए गुंजाइश पैदा करनी। ਤੁਸੀਂ ਸਰ ਆਪਣੇ ਆਪ ਨੂੰ ਸੈੱਟ ਕਰੋ। ਗੁੰਜਾਇਸ਼ ਅਸੀਂ ਤੁਹਾਡੇ ਲਈ ਪੈਦਾ ਕਰਨੀ, ਆਵਾਮ ਨੇ। ਅਸੀਂ ਤੋਂ ਮੁਰਾਦ ਮੈਂ ਆਵਾਮ। ਸਰ ਆਵਾਮ ਨੇ ਤੁਹਾਡੇ ਵਾਸਤੇ ਗੁੰਜਾਇਸ਼ ਪੈਦਾ ਕਰਨੀ, ਤੁਸੀਂ ਗੁੰਜਾਇਸ਼ ਕੋਈ ਪੈਦਾ ਨਹੀਂ ਕਰਨੀ ਸਾਡੇ ਲਈ। ਸਾਡੇ ਤੁਸੀਂ ਹੁਣ ਕੋਈ ਮਿਹਰਬਾਨੀ ਨਹੀਂ ਕਰਨੀ ਸੀ, ਜਿੰਨੀਆਂ ਕਰਨੀਆਂ ਸੀ ਕਰ ਲਈਆਂ, ਜੋ ਤੁਸੀਂ ਕਰਨਾ ਸੀ ਕਰ ਲਿਆ। ਤੁਸੀਂ ਸਫੈਦ ਝੂਠ ਸਾਡੇ ਨਾਲ ਬੋਲੇ, ਸਾਡੇ ਵੋਟ ਤੁਸੀਂ ਆਵਾਮ ਦੇ ਚੋਰੀ ਕਰ ਲਏ। ਹੁਣ ਤੁਸੀਂ ਬਲੇਮ ਕੀ ਸੋਸ਼ਲ ਮੀਡੀਆ। ਸਾਡੇ ਆਵਾਮ ਹੈ, ਇਹ ਕੌਮ ਹੈ, ਇਸ ਕੌਮ ਦੀ ਆਵਾਜ਼ ਨੂੰ ਸੁਣੋ। ਇਹ ਕੌਮ ਕੀ ਕਹਿ ਰਹੀ ਹੈ। ਹੁਣ ਇਹ नहीं हो सकता कि तुम उठो तो कहो जी कि हम आपके लिए गुंजाइश पैदा कर देंगे, बरिस्टर गोहो जरा घट बोले, अली मीन गंडापुर जरा पहाड़ियां चढ़ जाया करे तो गुंजाइश पैदा कर देंगे। सर कौम नहीं गुंजाइश पैदा करनी चाह रही, सर कौम नहीं समझती अली मीन गंडापुर नूं, उमर अयूब नूं कौम नहीं मानती, कौम मानती खान साहब नूं। कौम बिल्कुल वाजे है, खान साहब नूं अल्लाह ताला जिंदगी दे, तुहाडे अगर दिमाग 'च है ना कि खान साहब तो बाद कुछ तब्दीली हो जाएगी तो कौम तुहाडे नाल प्यार कर लग जाए, सर नहीं होनी। सर ये नहीं होनी, जो मर्जी कर लो, ये नहीं होना सर। तो सोशल मीडिया के एवं खाम खा बच्चे चुकने का फायदा कोई नहीं है, अपना आप ठीक करो। हुण कौम तुहानूं NRO उदों देगी जदों तुसीं इमरान खान नूं छड्डोगे तो अपने बैरगां 'च वापस जाओगे, उदों कौम तुहानूं माफ़ करेगी। ये सोशल मीडिया के चक्कर 'च ना पवो, ये लोकी ने, ये पाकिस्तान की आम आवाम। अच्छा जी, वो उमर राज नूं चुक लिया सी इन्हां ने, टिकटॉक एक्टिविस्ट सी, PTI ਨੂੰ ਸਪੋਰਟ ਕਰਦਾ, PTI ਦਾ ਕੋਈ ਮੈਂਬਰ ਤਾਂ ਨਹੀਂ, ਬਿਹਾਰ PTI ਨੂੰ ਸਪੋਰਟ ਕਰ ਰਿਹਾ ਸੀ, ਉਹਨੂੰ ਚੁੱਕ ਲਿਆ ਉਹਨਾਂ ਨੇ। ਉਹਦੇ ਕੋ ਕੀ ਕਰ ਰਹੇ ਸੀ, ਮਿੰਨਤਾਂ ਤਰਲੇ ਪਾਏ ਉਹਦੇ
आसम मुनीर को आपने कुछ नहीं कहना, वो हमारे वो हैं अपना चीफ ऑफ आर्मी स्टाफ हैं। ਤੇ ਉਹ ਇੱਕ ਮੈਂ ਸੁਣ ਰਿਹਾ ਸੀ कि टीवी ਤੇ ਕਹਿੰਦੀ जी अगर हमारे मुल्क के चीफ ऑफ आर्मी स्टाफ है उनके बारे में अगर कोई पाबंदियां अमेरिका में लगी तो कुछ अच्छी बात तो नहीं है ना। सर मेरी गल सुनो, जिन्हें चोरी की है ना पाकिस्तान की आवाम की, उत्ते तो पाबंदी लगनी चाहिए है। जिस बंदे ने कतलो गारत गरी कराई है, 9 मई का वाकया कराया ना, उन्होंने तो पाबंदी लगनी चाहिए है। जिस बंदे ने इमरान खान को कालर तो फड़िया, पाकिस्तान की तारीख का मकबूल तरीन लीडर, पाकिस्तान की सब तो वड्डी पार्टी लीडर ਨੂੰ गिरबान तो फड़िया, ਉੱਤੇ ਪਾਬੰਦੀ लगनी चाहिए है। उस जरनैल ਤੇ ਪਾਬੰਦੀ लगनी ਜ਼ਰੂਰੀ है, पाकिस्तान ਤੇ नहीं लगनी चाहिए पाबंदी। गल तो है कि पाकिस्तान ਤੇ नहीं ला रहे सी, पाकिस्तान की गल नहीं हो रही। गल ये हो रही है कि ਤੁਹਾਡੇ ਉੱਤੇ ਪਾਬੰਦੀ ਜਿਹੜੀ लगनी है ਉਹ ਹੁਣ आसम मुनीर साहब ਤੇ लगनी पाबंदी, बिल्कुल लगनी चाहिए ने पाबंदी। ये पाकिस्तानी फौज का सरबराह तो है ही नहीं, एक प्रॉपर ट्रेंड कातल है, एक क्रिमिनल है एक बंदा। ਉਹਦੇ ਉੱਤੇ ਤੁਸੀਂ ਉਹਨੂੰ ਕਿੱਦਾਂ ਜਸਟੀਫਾਈ ਕਰ ਰਹੇ ਆ? ਜਦੋਂ ਰਿਟਾਇਰ ਹੋ ਗਿਆ ਸੀ ਉਹਨੂੰ ਜਰਨੈਲ ਬਣਾਤਾ ਗਿਆ, ਕਿੱਦਾਂ ਬਣਿਆ, ਕੀ ਕਹਾਣੀ ਬਣੀ ਵੀ ਕਿਸੇ ਵੇਲੇ ਖੁੱਲੇਗੀ, ਕੋਈ 5-7 ਸਾਲ 8 ਸਾਲ ਬਾਅਦ ਖੁੱਲੇਗੀ। ਲੇਕਿਨ ਇਹ ਬਿਲਕੁਲ ਸਰ ਪਾਬੰਦੀ ਲੱਗਣੀ ਚਾਹੀਦੀ ਹੈ। ਔਰ ਅਮਰੀਕਾ ਦੇ ਵਿੱਚ ਜਿਹੜਾ ਕਰਾਰਦਾਦ ਪੇਸ਼ ਹੋ ਗਈ ਹੈ ਕਿ ਖਾਨ ਇਹਦੇ ਤੇ ਆਸਮ ਦੀ ਪਾਬੰਦੀ। ਔਰ ਦੇਖੋ ਇਹ ਬੜੀ ਵੱਡੀ ਗੱਲ ਹੈ ਪਾਕਿਸਤਾਨ ਵਾਸਤੇ, ਡੁਮਰ ਦਾ ਮੁਕਾਮ ਫੌਜ ਵਾਸਤੇ, ਕਿ ਫੌਜ ਦੇ ਸਰਬਰਾਹ ਦਾ ਇਹ ਹਾਲਾਤ ਨੇ। पाकिस्तान की फौज के वास्ते डुमर का मुकाम है, जरनैलों वास्ते पाकिस्तान के वर्दी वाले डुमर का मुकाम है कि तुहाडा जिहड़ा वालिद साहब वड्डा, तुहाडा जिहड़ा चौधरी है वड्डा आसम मुनीर, उत्ते पाबंदी लग रही है। क्यों? क्योंकि उन्हें क्रिमिनल एक्टिविटी इन्वॉल्व है। उस बंदे की ईमान के उत्ते, उहदे कहण दे उत्ते पाकिस्तान दे विच इलैक्शन 90 दिनों दे विच नहीं कराए गए। उहदे कहण दे उत्ते पाकिस्तान के आवाम का वोट चोरी किया गया। उहदे कहण दे उत्ते यासमीन राशिद वर्गे लोग अंदर च ने। ਉਹਦੇ ਕਹਿਣ ਦੇ ਉੱਤੇ ਬੱਚੇ ਚੁੱਕੇ ਜਾ ਰਹੇ ਨੇ। ਉਹਦੇ ਕਹਿਣ ਦੇ ਉੱਤੇ ਸਾਰਾ ਕੁਝ ਹੋ ਰਿਹਾ ਹੈ। ਉਹ ਵਾਹਿਦ ਸ਼ਖਸ ਜਿਹਨੇ ਇਮਰਾਨ ਖਾਨ ਨੂੰ ਅੰਦਰ ਰੱਖਿਆ ਹੈ, ਤੇ ਐਸੇ ਬੰਦੇ ਤੋਂ ਪਾਬੰਦੀ ਤੇ ਲੱਗਣੀ ਚਾਹੀਦੀ ਹੈ। ਇਹਨੂੰ ਤੁਸੀਂ ਕਿਸ ਤਰ੍ਹਾਂ ਜਸਟੀਫਾਈ ਕਰਦੇ ਹੋ कि उनके ऊपर पाबंदी ना लगे, या ਉਹਨੂੰ ਪਤਾ ਨਹੀਂ ਕਾਹਦੀ ਇਮਿਊਨਿਟੀ ਦਿੰਦੇ ਤੁਸੀਂ? ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਕਿਸ ਤਰ੍ਹਾਂ ਇਹ ਬੰਦੇ ਗੱਲਾਂ ਕਰ ਸਕਦੇ ਨੇ। ਆਤਿਫ ਅਸਲਮ ਦੀ ਮੈਨੂੰ ਸਮਝ ਲੱਗਣੀ ਨਹੀਂ ਆ ਰਹੀ। ਆਤਿਫ ਅਸਲਮ ਹੋ ਗਿਆ, ਜਿਹੜੇ ਵੀ ਡਰ ਲੋਕ ਹੋ ਗਏ, ਮੈਨੂੰ ਸਮਝ ਨਹੀਂ ਆਉਂਦੀ ਹਾਊ ਕਮ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ, ਤੁਹਾਨੂੰ ਕੋਈ ਸਮਝ ਨਹੀਂ ਆ ਰਹੀ। ਪਾਕਿਸਤਾਨ ਦੇ ਬੇਇਨਸਾਫੀ ਹੋ ਰਹੀ, ਤੁਸੀਂ ਰੋਟੀ ਕਿੱਦਾਂ ਖਾ ਲੈਂਦੇ? ਮੈਨੂੰ ਇਹ ਸਮਝ ਨਹੀਂ ਆਉਂਦੀ। ਪਾਕਿਸਤਾਨ ਦੀ ਆਵਾਮ, ਤੁਸੀਂ ਖਾਣਾ ਕਿਸ ਤਰ੍ਹਾਂ ਸਾਡੇ ਗੱਲਾਂ 'ਚੋਂ ਲੰਘ ਜਾਂਦਾ ਜਦੋਂ ਅਸੀਂ ਦੇਖਦੇ ਹਾਂ ਯਾਸਮੀਨ ਰਾਸ਼ਿਦ ਅੰਦਰ। ਦੇਖੋ ਇੱਕ ਚੀਜ਼ ਆਪਣੇ ਦਿਮਾਗ 'ਚ ਪਾ ਲਓ, ਪਾਕਿਸਤਾਨ ਦੀ ਫੌਜ ਵੀ ਪਾ ਲੇ ਤੇ ਪਾਕਿਸਤਾਨੀ ਆਵਾਮ ਵੀ ਪਾ ਲੇ। ਪਾਕਿਸਤਾਨੀ ਆਵਾਮ ਨੇ ਜੋ ਕੁਛ ਕੀਤਾ ਉਹਦੀ ਤਾਂ ਖੈਰ ਮਿਸਾਲ ਹੀ ਕੋਈ ਨਹੀਂ, ਲੇਕਿਨ ਪਾਕਿਸਤਾਨੀ ਫੌਜ ਹੀ ਫਿਲਹਾਲ ਗੱਲ ਪਾ ਲਿਆ, ਆਪਣੇ ਪੱਲੇ ਬੰਨ ਲਏ। ਪਾਕਿਸਤਾਨ ਦੀ ਆਵਾਮ ਨੇ ਹੁਣ ਤੁਹਾਡੇ ਵਾਸਤੇ ਕੁਛ ਨਹੀਂ ਕਰਨਾ, ਤੁਹਾਡੇ ਨਾਲ ਕਿਸੇ ਵੀ ਕਿਸਮ ਦੀ ਹਮਦਰਦੀ ਨਹੀਂ ਹੈ। ਤੁਸੀਂ ਦੱਸਣਾ ਹੈ, ਤੁਸੀਂ ਹਰ ਵਾਰੀ ਨਿਕਲ ਜਾਂਦੇ, ਕਦੀ ਬੰਗਲਾਦੇਸ਼ ਵੀ ਇੱਥੋਂ ਨਿਕਲ ਗਿਆ, ਤੁਸੀਂ ਉਧਰੋਂ ਨਿਕਲ ਕੇ ਪੁੱਟ ਨੂੰ ਮਾਰ ਲਿਆ, ਉਦੋਂ ਨਿਕਲ ਕੇ ਤੁਸੀਂ ਹਰ ਵਾਰੀ ਨਿਕਲ ਜਾਂਦੇ। ਹੁਣ ਤੁਸੀਂ ਨਹੀਂ ਨਿਕਲ ਸਕਦੇ, ਹੁਣ ਸਾਫ਼ ਨਹੀਂ ਨਿਕਲਿਆ ਜਾਣਾ ਤੁਹਾਡੇ ਕੋਲੋਂ। ਹੁਣ ਤੁਹਾਨੂੰ ਸਰੈਂਡਰ ਕਰਨਾ ਪੈਣਾ ਪਾਕਿਸਤਾਨ ਦੀ ਆਵਾਮ ਦੇ ਅੱਗੇ, ਉਹਨਾਂ ਦਾ ਵੋਟ ਵਾਪਸ ਕਰਨਾ ਪੈਣਾ, ਉਹਨਾਂ ਦੇ ਨੁਮਾਇੰਦੇ ਨੂੰ ਵਾਪਸ ਕਰਨੇ ਪੈਣੇ, ਪਾਕਿਸਤਾਨ ਦੀ ਆਵਾਮ ਨੂੰ ਉਹਨਾਂ ਦੀ ਹੁਕੂਮਤ ਵਾਪਸ ਕਰਨੀ ਪੈਣੀ। ਹੋਰ ਤੁਹਾਡੇ ਕੋਲ ਰਸਤਾ ਕੋਈ ਨਹੀਂ ਹੈ। ਹਾਂ, ਇਹ ਵੱਖਰੀ ਗੱਲ ਹੈ ਕਿ ਤੁਹਾਡਾ ਪ੍ਰੋਗਰਾਮ ਹੋਵੇ ਕਿ ਮੁਲਕ ਦੇ ਟੋਟੇ ਕਰਨੇ ਆ, ਫਿਰ ਦੈਟਸ ਅਨਦਰ ਥਿੰਗ, ਉਹ ਤੁਸੀਂ ਕਰ ਲਿਆ ਜੇ, ਤੁਸੀਂ ਕਰ ਵੀ ਸਕਦੇ ਆ। ਤੁਹਾਡੇ 'ਚ ਇੰਨੇ ਤੁਹਾਡੇ 'ਚ ਹੈ ਦਮਖਮ ਕਿ ਤੁਸੀਂ ਮੁਲਕ ਤੋੜ ਸਕਦੇ ਆ। ਲੇਕਿਨ ਹੁਣ ਤੱਕ ਜੋ ਤੁਸੀਂ ਕੀਤਾ, ਜੋ ਕੁਛ ਚੱਲਿਆ, ਉਹਦੇ 'ਚ ਇਹੀ ਲੱਗਦਾ ਕਿ ਤੁਸੀਂ ਪਾਕਿਸਤਾਨ ਦਾ ਕੁਛ ਬਣਨਾ ਨਹੀਂ ਚਾਹੁੰਦੇ, ਕਿ ਪਾਕਿਸਤਾਨ ਦਾ ਕੁਛ ਬਣੇ। ਆਸਮ ਮੁਨੀਰ ਸਾਹਿਬ ਦੀ ਵਾਲਦਾ ਵਫਾਤ ਪਾ ਗਏ ਨੇ, ਅੱਲਾਹ ਪਾਕ ਉਹਨਾਂ ਜੰਨਤ ਦੇ ਜਗ੍ਹਾ ਤਾ ਫਰਮਾਏ। ਔਰ ਇੱਕ ਖਾਤੂਨ ਇਤਨਾ ਸਦਮਾ ਲੈ ਕੇ ਗਈ ਕਿ ਉਹਦੇ ਪਿਓ ਨੂੰ, ਉਹਦੇ ਪੁੱਤਰ ਨੂੰ ਪੂਰੀ ਦੁਨੀਆ ਗਾਲਾਂ ਕੱਢ ਰਹੀ ਹੈ। ਕਿੰਨਾ ਵੱਡਾ ਸਦਮਾ ਹੋਏਗਾ ਉਸ ਮਾਂ ਵਾਸਤੇ ਕਿ ਜਿਹਦਾ ਪੁੱਤਰ ਦੁਨੀਆ ਦੇ ਇੱਕ ਬੜੇ ਵੱਡੇ ਮੁਲਕ ਦੀ ਫੌਜ ਦਾ ਸਰਬਰਾਹ ਬਣਿਆ ਤੇ ਉਹ ਗਾਲਾਂ ਖਾਂਦਾ ਪਿਆ। ਰੱਬ ਜਾਣਦਾ ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ ਕਿ ਨਹੀਂ ਪਤਾ ਸੀ ਕਿ ਉਹਦਾ ਪੁੱਤਰ ਗਾਲਾਂ, ਲੇਕਿਨ ਪਤਾ ਹੋਏਗਾ ਤਾਂ ਬੜੇ ਸਦਮੇ ਨਾਲ ਗਈ ਹੋਏਗੀ ਮਾਂ। ਅੱਲਾਹ ਪਾਕ ਉਹਨਾਂ ਜੋ ਦੋਸਤ ਜਗ੍ਹਾ ਤਾ ਫਰਮਾਏ। ਤੇ ਗੱਲ ਖਤਮ ਕਰਾਂਗਾ ਸਰ, ਗੱਲ ਖਤਮ ਕਰਾਂਗਾ ਸਿਰਫ ਇਸ ਚੀਜ਼ ਦੇ ਨਾਲ ਕਿ ਹੁਣ ਜਰਾ ਨਾ ਹੁਣ ਸਰ ਹਾਲਾਤ ਚੇਂਜ ਹੋ ਗਏ, ਹਾਲਾਤ ਬਦਲ ਗਏ। ਹੁਣ ਸਰਕਾਰ ਤੁਹਾਨੂੰ ਪਾਕਿਸਤਾਨ ਦੀ ਆਵਾਮ ਅੱਗੇ ਸਲੂਟ ਕਰਨਾ ਪੈਣਾ, ਇੰਝ ਕਰਕੇ ਖਲੋ ਕੇ। ਪਾਕਿਸਤਾਨੀ ਆਵਾਮ ਨੇ ਤੁਹਾਨੂੰ ਨਹੀਂ ਸਲੂਟ ਕਰਨੇ, ਹੁਣ ਤੁਸੀਂ ਕਰਨਾ ਹੈ। ਪਾਕਿਸਤਾਨੀ ਆਵਾਮ ਜਿਹੜੀ ਹੈ ਨਾ, ਉਹਨੂੰ ਤੁਸੀਂ ਹੁਣ ਗਲੇ ਲਾਣਾ। ਉਹ ਜੋ ਤੇ ਗੱਲ ਨਹੀਂ ਲਾਓਗੇ, ਉਹਦੇ ਨਾਲ ਨਹੀਂ ਟਰੋਗੇ। ਇਹ ਸੋਸ਼ਲ ਮੀਡੀਆ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਇਹ ਪਾਕਿਸਤਾਨ ਦੀ ਆਵਾਮ ਹੈ, ਇਹ ਪਾਕਿਸਤਾਨ ਦੀ ਆਵਾਮ ਹੈ ਜਿਹੜੀ ਦੱਸ ਰਹੀ ਹੈ ਕਿ ਸਾਨੂੰ ਨਫ਼ਰਤ ਹੈ ਤੁਹਾਡੇ ਨਾਲ, ਨਫ਼ਰਤ ਹੈ ਤੁਹਾਡੇ ਨਾਲ।
ਤੁਸੀਂ ਆਤਿਫ ਅਰਗੇ ਮਸ਼ਹੂਰ ਤਰੀਨ, ਪਪੂਲਰ ਤਰੀਨ, ਪਸੰਦੀਦਾ ਤਰੀਨ ਬੰਦੇ ਦੇ ਮੂੰਹੋਂ ਗਾਣਾ ਗਵਾ ਕੇ ਦੇਖ ਲਿਆ ਕਿ ਕੀ ਹਾਲਾਤ ਹੋ ਗਏ ਨੇ। ਇਸ ਤੋਂ ਜ਼ਿਆਦਾ ਹੁਣ ਤੁਹਾਡੇ ਕੋਲ ਕੀ ਹੈ? ਕਿਉਂ ਤੁਸੀਂ ਇਮਰਾਨ ਖਾਨ ਦੇ ਦੁਸ਼ਮਣ ਬਣੇ? ਕਿਉਂ ਪਾਕਿਸਤਾਨ ਦੀ ਆਵਾਮ ਦੇ ਦੁਸ਼ਮਣ ਬਣੇ? ਕਿਉਂ ਪਾਕਿਸਤਾਨ ਦੇ ਲੋਕਾਂ ਨੂੰ ਧੁਤਕਾਰਨਾ ਸ਼ੁਰੂ ਕੀਤਾ? ਪ੍ਰੈਜ਼ੀਡੈਂਸੀ ਦੇ ਵਿੱਚ ਤੁਸੀਂ ਉਹ ਕਰਾਈ ਹੈ 23 ਮਾਰਚ ਦੀ ਪਰੇਡ, ਤੇ ਲੋਕੀ ਕਿੱਥੇ ਸਨ? ਪਾਕਿਸਤਾਨ ਦੀ ਆਵਾਮ ਹੈ ਹੀ ਨਹੀਂ ਸੀ, ਡਿਸਕਨੈਕਟਡ। ਤੁਸੀਂ ਆਵਾਮ ਨਾਲ ਡਿਸਕਨੈਕਟਡ ਹੋ। 4 ਚਮਚੇ ਖੱਬੇ ਪਾਸੇ ਰੱਖ ਕੇ ਸਲੂਟ ਮਰਵਾ ਕੇ ਤੁਹਾਨੂੰ ਲੱਗ ਰਿਹਾ ਕਿ ਸਭ ਅੱਛਾ ਹੈ। ਯਕੀਨ ਕਰੋ, ਸਭ ਅੱਛਾ ਨਹੀਂ ਹੈ, ਸਭ ਅੱਛਾ ਬਿਲਕੁਲ ਵੀ ਨਹੀਂ ਹੈ। ਔਰ ਅਗਰ ਕਿਸੇ ਨੂੰ ਕੋਈ ਵੀਡੀਓ ਕੋ ਪਹੁੰਚਾ ਦੇ, ਕੋਈ ਆਸਮ ਸਾਹਿਬ ਦੇ ਕੋਲ ਹੋਏ ਜਾਂ ਇਹਨਾਂ ਦੇ ਸਾਹਿਰ ਸ਼ਮਸ਼ਾਦ ਸਾਹਿਬ ਦੇ ਕੋਲ ਕੋਈ ਹੋਏ, ਉਹਨੂੰ ਸੁਣਾ, ਉਹਨੂੰ ਦੱਸੋ ਜਾ ਕੇ ਲੋਕੀ ਕੀ ਕਹਿੰਦੇ। ਸੋਸ਼ਲ ਮੀਡੀਆ ਨਹੀਂ, ਜਾ ਕੇ ਦੱਸੋ, ਭਾਵੇਂ ਵੀਡੀਓ ਨਾ ਦਿਖਾਣਾ, ਵੈਸੇ ਦੱਸ ਦੇਣਾ, ਕੰਨ 'ਚ ਜਾ ਕੇ ਦੱਸ ਦੇਣਾ ਉਹਨੂੰ ਕਿ ਭਾਜੀ ਨਾਲ ਗੱਲ ਇਸ ਤਰ੍ਹਾਂ ਨਹੀਂ ਹੈਗੀ। ਤੇ ਆਪਣਾ ਬਹੁਤ ਖਿਆਲ ਰੱਖਿਆ ਜੀ। ਅੱਲਾ ਹਾਫਿਜ਼।